ਸਟਾਰਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਹਰ ਮੰਗਲਵਾਰ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਸਟਾਰਟਾਕ, ਜਿਹਦੇ ਵਿੱਚ ਆਪਣੇ ਆਲੇ ਦੁਆਲੇ ਕੀ ਵਾਪਰਿਆ, ਕਿਹੜੀਆਂ ਘਟਨਾਵਾਂ ਮੁੱਖ ਤੌਰ 'ਤੇ ਮੀਡੀਆ ਵਿੱਚ ਛਾਈਆਂ ਰਹੀਆਂ, ਉਹਨਾਂ ਬਾਰੇ ਗੱਲਬਾਤ ਕਰਦੇ ਹਾਂ, ਉਹਨਾਂ ਬਾਰੇ ਚਰਚਾ ਕਰਦੇ ਹਾਂ। ਅਤੇ ਚਰਚਾ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਐਕਸਪਰਟ ਆਪਣੇ ਨਾਲ ਸ਼ਾਮਲ ਹੁੰਦੇ ਨੇ। ਅੱਜ ਦੀ ਜਿਹੜੀ ਚਰਚਾ ਉਹਦੇ ਵਿੱਚ ਪੰਜਾਬੀ ਡੇਲੀ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਅਤੇ ਖਬਰਸਾਰ ਰੇਡੀਓ ਦੇ ਸੰਚਾਲਕ ਜਗਦੀਸ਼ ਗਰੇਵਾਲ ਮੇਰੇ ਨਾਲ ਹਾਜ਼ਰ ਹੋਣਗੇ। ਦੋ ਮੁੱਖ ਖਬਰਾਂ ਜਿਹੜੀਆਂ ਇਸ ਟਾਈਮ ਛਾਈਆਂ ਹੋਈਆਂ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਪਹਿਲੀ ਤਾਂ ਹੈ ਜਿਹੜੀ ਕਿ ਕੈਨੇਡਾ ਦੇ ਨਾਲ ਸੰਬੰਧਿਤ ਹੈ। ਬਰੈਂਪਟਨ ਸੈਂਟਰ ਦੀ ਜਿਹੜੀ ਰਾਈਡਿੰਗ ਹੈ, ਉਸ ਤੋਂ ਲਿਬਰਲ MP ਰਮੇਸ਼ਵਰ ਸੰਘਾ ਉਹਨਾਂ ਨੂੰ ਲਿਬਰਲ ਕਾਕਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹਦੇ ਪਿੱਛੇ ਸਾਰਾ ਕੀ ਘਟਨਾਕ੍ਰਮ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਇਸੇ ਤੋਂ ਆਪਾਂ ਗੱਲ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਜਗਦੀਸ਼ ਗਰੇਵਾਲ ਉਹਨਾਂ ਦਾ ਕਰਦੇ ਹਾਂ ਸਵਾਗਤ ਜੀ। ਗਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਸਟਾਰਟਾਕ ਵਿੱਚ। ਥੈਂਕ ਯੂ ਸੋ ਮਚ ਸਿਮਰਤ ਜੀ, ਧੰਨਵਾਦ। ਔਰ ਤੁਹਾਨੂੰ ਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਰੇਵਾਲ ਸਾਹਿਬ, ਜਿਵੇਂ ਆਪਾਂ ਪਿਛਲੇ 1-2 ਹਫ਼ਤਿਆਂ ਤੋਂ ਦੇਖ ਰਹੇ ਹਾਂ, ਨਵਦੀਪ ਬੈਂਸ ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਅਤੇ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਰਿਹਾ ਅਤੇ ਨਾਲ ਹੀ ਨਾਲ ਸਿਆਸਤ ਨੂੰ ਵੀ ਅਲਵਿਦਾ ਕਹਿ ਰਿਹਾ, ਅਤੇ ਖਾਸ ਕਰਕੇ ਉਹਨਾਂ ਨੇ ਜਿਹੜਾ ਇਹਦੇ ਪਿੱਛੇ ਕਾਰਨ ਦੱਸਿਆ ਉਹ ਇਹ ਦੱਸਿਆ ਸੀਗਾ ਵੀ ਮੈਂ ਆਪਣੇ ਫੈਮਿਲੀ ਕਾਰਨ ਕਰਕੇ ਇਸ ਸਿਆਸਤ ਨੂੰ ਛੱਡ ਰਿਹਾ ਅਤੇ ਮੈਂ ਆਪਣੇ ਪਰਿਵਾਰ ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦਾ। ਉਸ ਤੋਂ ਬਾਅਦ ਕੋਈ ਖਾਸ ਕਰਕੇ ਜਿਹੜੇ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਸਾਂਸਦ ਨੇ ਉਹਨਾਂ ਵਿੱਚੋਂ ਕਿਸੇ ਨੇ ਕੋਈ ਬਾਹਲੀ ਟਿੱਪਣੀ ਨਹੀਂ ਕੀਤੀ, ਪਰ ਬਰੈਂਪਟਨ ਸੈਂਟਰ ਤੋਂ ਜਿਹੜੇ ਲਿਬਰਲ MP ਨੇ ਰਮੇਸ਼ਵਰ ਸੰਘਾ, ਉਹਨਾਂ ਦਾ ਜਿਹੜਾ ਇੱਕ ਬਿਆਨ ਕਾਫੀ ਚਰਚਾ ਦੇ ਵਿੱਚ ਰਿਹਾ। ਉਸ ਤੋਂ ਬਾਅਦ ਉਹਨਾਂ ਨੂੰ ਹੁਣ ਲਿਬਰਲ ਕਾਕਸ ਤੋਂ ਵਿੱਚੋਂ ਕੱਢ ਦਿੱਤਾ ਗਿਆ। ਅਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਨਾਂ ਦੇ ਬਿਆਨ ਬਾਰੇ ਆਪਣੇ ਵਿਚਾਰ ਦਿਓ ਵੀ ਤੁਸੀਂ ਉਸ ਤੋਂ ਕੀ ਭਾਵ ਲੈਂਦੇ ਹੋ। ਦੇਖੋ, ਬੀਤੇ ਹਫ਼ਤੇ ਜਿਹੜੀ ਇੰਟਰਵਿਊ ਕੀਤੀ ਸੀਗੀ ਇੱਕ ਸਥਾਨਕ ਚੈਨਲ ਦੇ ਉੱਤੇ ਰਮੇਸ਼ਵਰ ਸੰਘਾ ਜੀ ਉਹਨਾਂ ਨੇ, ਹਾਂਜੀ, ਉਹਦੇ ਵਿੱਚ ਇੱਕ ਕੁਐਸਚਨ ਸੀਗਾ ਜਿਹੜਾ ਕਿ ਵੀ ਨਵਦੀਪ ਬੈਂਸ ਦੇ ਸਿਆਸਤ ਛੱਡਣ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ। ਉਹਦੇ ਉੱਤੇ ਉਸ ਇੰਟਰਵਿਊ ਦੇ ਵਿੱਚ ਉਹ 3 ਗੱਲਾਂ ਕਰ ਗਏ। ਉਹ ਤਿੰਨੇ ਗੱਲਾਂ ਹੀ ਉਹ ਐਥੀਕਲੀ ਉਹਨਾਂ ਨੂੰ ਆਪਣੇ ਸਾਬਕਾ ਮਿਨਿਸਟਰ ਦੇ ਬਾਰੇ 'ਚ ਤੇ ਆਪਣੇ ਮੈਂਬਰ ਪਾਰਲੀਮੈਂਟ ਦੇ ਬਾਰੇ 'ਚ ਕਰਨੀਆਂ ਬਣਦੀਆਂ ਨਹੀਂ ਸੀਗੀਆਂ। ਸੋ ਪਹਿਲੀ ਟਿੱਪਣੀ ਤਾਂ ਇਹ ਕਰ ਗਏ ਕਿ ਜਿਹੜੀ ਇਹਨਾਂ ਨੇ ਸਿਆਸਤ ਛੱਡੀ ਹੈ, ਜਿਹੜਾ ਇਹਨਾਂ ਨੇ ਰੀਜ਼ਨ ਦਿੱਤਾ ਹੈ ਇਸ ਦਾ, ਉਹਦਾ ਕਾਰਨ ਇਹ ਹੈ ਕਿ ਆਪਣੇ ਬੱਚਿਆਂ ਨੂੰ ਜ਼ਿਆਦਾ ਟਾਈਮ ਦੇਣਾ ਚਾਹੁੰਦੇ ਆਪਣੀਆਂ ਬੱਚੀਆਂ ਨੂੰ। ਤੇ ਉਹਦੇ ਬਾਰੇ ਸੰਘਾ ਸਾਹਿਬ ਨੇ ਕਿਹਾ ਕਿ ਦੇਖੋ, ਨਾ ਤਾਂ ਇਹ ਗੱਲ ਮੈਨੂੰ ਹਜਮ ਹੁੰਦੀ ਹੈ ਤੇ ਨਾ ਇਹ ਕਮਿਊਨਿਟੀ ਨੂੰ ਹਜਮ ਹੁੰਦੀ ਹੈ। ਇੱਕ 43 ਸਾਲ ਦਾ ਯੰਗ ਟੌਪ ਰੈਂਕ ਦਾ ਮਿਨਿਸਟਰ ਸਿਰਫ ਇੱਕ ਬੱਚਿਆਂ ਨੂੰ ਟਾਈਮ ਦੇਣ ਦੇ ਲਈ ਆਪਣੀ ਇਹ ਪੋਜੀਸ਼ਨ ਨੂੰ ਛੱਡ ਕੇ ਸਿਆਸਤ ਤੋਂ ਸੰਨਿਆਸ ਲੈ ਲਵੇ। ਉਹਨਾਂ ਨੇ ਕਿਹਾ ਕਿ ਬਿਲਕੁਲ ਇਹ ਗੱਲ ਹਜਮ ਨਹੀਂ ਹੁੰਦੀ। ਦੂਸਰੀ ਗੱਲ ਜਿਹੜੀ ਉਹਨਾਂ ਨਾਲ ਲੱਗਦੀ ਇਹ ਕਰ ਗਏ ਕਿ ਇਹਦਾ ਰੀਜ਼ਨ ਜਿਹੜਾ ਉਹਨਾਂ ਨੇ ਆਪ ਦਿੱਤਾ ਹੈ ਕਿ ਇਸ ਦਾ ਕਾਰਨ ਇਹ ਨਹੀਂ ਹੋ ਸਕਦਾ ਕਿ ਉਹ ਬੱਚਿਆਂ ਕਰਕੇ ਆਪਣੀ ਪੋਜੀਸ਼ਨ ਛੱਡ ਗਏ ਨੇ। ਇਹਦਾ ਕਾਰਨ ਹੋ ਸਕਦਾ ਹੈ ਕਿ ਉਹ ਮਿਨਿਸਟਰ ਬਣਦੇ ਫਿੱਟ ਨਹੀਂ ਸੀਗੇ। ਉਹਨਾਂ ਨੇ ਬਕੌਲ ਰਮੇਸ਼ ਸੰਘਾ ਜੀ ਕਿ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਹੈ ਕਿ ਜਦੋਂ ਇਹ ਗੱਲ ਕਲੀਅਰ ਹੋ ਗਈ ਕਿ ਨਵਦੀਪ ਬੈਂਸ ਬਾਰੇ ਬੋਲਦੇ ਆ ਕਿ ਇਜ਼ ਅ ਡਿਕਲੇਅਰਡ ਐਕਸਟ੍ਰੀਮਿਸਟ ਐਂਡ ਖਾਲਿਸਤਾਨੀ, ਤੇ ਉਹਨਾਂ ਦੇ ਪਰਿਵਾਰ ਦਾ, ਉਹਨਾਂ ਦੇ ਫਾਦਰ ਸਾਹਿਬ ਦਾ, ਉਹਨਾਂ ਦੇ ਫਾਦਰ ਇਨ ਲਾ ਦਾ ਤੇ ਹੋਰਾਂ ਦੇ ਬਾਰੇ ਜ਼ਿਕਰ ਕਰਦੇ ਕਹਿੰਦੇ ਆ ਕਿ ਸਾਰੀ ਐਕਸਟ੍ਰੀਮਿਸਟ ਜਿਹੜੇ ਵਿਊਜ਼ ਵਾਲੇ ਨੇ ਉਹ ਲੋਕ ਨੇ ਤੇ ਇਹ ਮਿਨਿਸਟਰ ਬਣਦੇ ਫਿੱਟ ਨਹੀਂ ਹੋ ਸਕਦਾ ਸੀਗਾ। ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਮਿਨਿਸਟਰ ਕਿਸ ਤਰ੍ਹਾਂ ਬਣਾ ਦਿੱਤਾ ਕਿ ਜਦੋਂ ਡਿਕਲੇਅਰਡ ਸੀ। ਤੀਜੀ ਗੱਲ ਜਿਹੜੀ ਉਹ ਵੱਡੀ ਕਰ ਗਏ ਕਿ ਉਹ ਇਹ ਕਰ ਗਏ ਕਿ ਹੁਣ ਮੈਂ ਬੌਂਡਡ MP ਨਹੀਂ ਰਿਹਾਗਾ। ਔਰ ਮੈਂ ਜਦੋਂ ਉਹ ਕਹਿੰਦੇ ਵੀ ਜਦੋਂ ਮੈਂ ਇਹ ਗੱਲ ਸੁਣੀ, ਨਿਊਜ਼ ਸੁਣੀ ਨਵਦੀਪ ਬੈਂਸ ਉਹਨਾਂ ਦੀ ਸਿਆਸਤ ਛੱਡਣ ਦੀ, ਤਾਂ ਪਹਿਲਾਂ ਤਾਂ ਮੈਨੂੰ ਇੱਕਦਮ ਧੱਕਾ ਲੱਗਿਆ ਤੇ ਫਿਰ ਉਸ ਤੋਂ ਬਾਅਦ ਮੈਨੂੰ ਇੱਕਦਮ ਰਿਲੀਫ ਮਿਲਿਆ ਕਿ ਮੈਂ ਹੁਣ ਬੌਂਡਡ MP ਨਹੀਂ ਗਾ, ਭਾਵ ਮੈਂ ਕਿਸੇ ਦੀ ਲੱਤ ਥੱਲੇ ਨਹੀਂ ਰਹਿ ਗਿਆ, ਹੁਣ ਮੈਂ ਆਜ਼ਾਦ MP ਹੋ ਗਿਆ। ਠੀਕ ਹੈ ਜੀ। ਇਹ 3 ਗੱਲਾਂ ਉਹਨਾਂ ਨੇ ਕੀਤੀਆਂ। ਤਿੰਨੇ ਗੱਲਾਂ ਐਥੀਕਲੀ ਉਹਨਾਂ ਦੀਆਂ ਕਰਨੀਆਂ ਬਣਦੀਆਂ ਸੀਗੀਆਂ। ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਕਿ ਮੈਂ ਨਵਦੀਪ ਬੈਂਸ ਹੋਰਾਂ ਨੂੰ ਜਦੋਂ ਦੇ ਉਹ 2004 ਤੋਂ ਪੋਲੀਟਿਕਸ ਦੇ ਵਿੱਚ ਆਏ ਆ, ਉਦੋਂ ਤੋਂ ਉਹਨਾਂ ਨੂੰ ਮੈਂ ਦੇਖਦਾ ਆਇਆ, ਕਲੋਜ਼ਲੀ ਉਹਨਾਂ ਨੂੰ ਕਵਰ ਕਰਦਾ ਆ ਰਿਹਾ ਨਿਊਜ਼ਪੇਪਰ ਦੇ ਵਿੱਚ, ਪਰ ਅੱਜ ਤੱਕ ਕਦੇ ਵੀ ਮੈਨੂੰ ਨਵਦੀਪ ਬੈਂਸ ਦਾ ਕੋਈ ਵੀ ਵਿਊ ਆ ਜਿਹੜਾ ਉਹ ਐਕਸਟ੍ਰੀਮ ਨਹੀਂ ਲੱਗਿਆਗਾ। ਕਿ ਇਹ ਗੱਲ ਜ਼ਰੂਰ ਹੈ ਕਿ ਸਿੱਖ ਹਲਕਿਆਂ ਦੇ ਵਿੱਚ ਉਹਨਾਂ ਦੀ ਇਸ ਪੱਖੋਂ ਚਰਚਾ ਰਹੀ ਹੈ ਕਿ ਜਦੋਂ ਦੇ ਉਹ ਮਿਨਿਸਟਰ ਬਣੇ ਨੇ ਉਸ ਤੋਂ ਬਾਅਦ ਜਿਹੜੀ ਸਿੱਖ ਕਮਿਊਨਿਟੀ ਦੇ ਬਹੁਤੇ ਕੰਮ ਨੇ ਉਹ ਰੁਕੇ ਨੇ। ਔਰ ਜਿਸ ਤਰ੍ਹਾਂ ਸਿੱਖ ਕਮਿਊਨਿਟੀ ਨੇ ਨਵਦੀਪ ਬੈਂਸ ਦੇ ਲਈ ਕੰਮ ਕੀਤਾ ਸੀ, ਉਸ ਤਰ੍ਹਾਂ ਨਵਦੀਪ ਬੈਂਸ ਨੇ ਸਿੱਖਾਂ ਲਈ ਕੰਮ ਨਹੀਂ ਕੀਤਾ। ਇਹ ਗੱਲ ਜ਼ਰੂਰ ਚੱਲਦੀ ਰਹੀ ਹੈ।
ਪਰ ਜੇ ਅਸੀਂ ਕਹੀਏ ਕਿ ਨਵਦੀਪ ਬੈਂਸ ਜੀ ਕੋਈ ਐਕਸਟ੍ਰੀਮ ਵਿਊਜ਼ ਵਾਲੇ ਸੀਗੇ, ਇਹ ਗੱਲ ਅਸੀਂ ਨਹੀਂ ਕਿਤੇ ਵੀ ਦੇਖੀ ਉਹਨਾਂ ਦੇ ਕੈਰੀਅਰ ਦੇ ਵਿੱਚ। ਸਾਡੇ ਸਾਹਮਣੇ ਕਦੇ ਵੀ ਏਦਾਂ ਦੀ ਗੱਲ ਨਹੀਂ ਆਏਗੀ। ਸੋ ਇਹ ਜਿਹੜੀ ਉਹਨਾਂ ਨੇ ਗੱਲ ਕਰ ਦੇਣੀ ਹੈ ਕੀਤੀ ਹੈ ਕਿ ਐਕਸਟ੍ਰੀਮ ਵਿਊਜ਼ ਪਲੱਸ ਕਿ ਹੁਣ ਉਹ ਆਜ਼ਾਦ ਹੋ ਗਏ ਨੇ। ਜਿਹੜੇ ਆਜ਼ਾਦ ਹੋਣ ਵਾਲੀ ਗੱਲ ਕੀਤੀ ਹੈ ਉਹਨਾਂ ਨੇ, ਉਹਦੇ ਤੋਂ ਇਹ ਭਾਵ ਦਿੰਦੇ ਨੇ ਕਿ ਇਹ ਜਿਹੜੇ ਮਿਨਿਸਟਰ ਨੇ ਸਾਡੇ ਐਮਪੀਜ਼ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਦੇ ਨੇ, ਚਾਹੇ ਉਹ ਰਮੇਸ਼ਵਰ ਸਿੰਘ ਜਾਂ ਫਿਰ ਉਹ ਜਿਹੜੇ ਬਾਕੀ ਦੇ ਹੋਰ ਐਮਪੀ ਸਨ, ਉਹਨਾਂ ਨੂੰ ਇਹ ਪੂਰੀ ਤਰ੍ਹਾਂ ਕੰਟਰੋਲ ਕਰਦੇ ਨੇ। ਹੁਣ ਇਹ ਜਿਹੜੀ ਗੱਲ ਸਿਮਰਨ ਜੀ ਵਾਪਰੀ ਹੈ, ਇਹਨਾਂ ਨੇ ਇੰਟਰਵਿਊ 'ਚ ਗੱਲ ਕੀਤੀ ਹੈ, ਇਹ ਪਹਿਲੀ ਗੱਲ ਨਹੀਂ। ਇਸ ਤੋਂ ਇੱਕ ਹੋਰ ਸਥਾਨਕ ਚੈਨਲ ਦੇ ਉੱਤੇ ਇਹਨਾਂ ਨੇ ਆਪਣੀ ਗੱਲ ਕੀਤੀ ਸੀਗੀ, ਔਰ ਉਹਦੇ ਵਿੱਚ ਵੀ ਉਹਨਾਂ ਨੇ, ਤੁਹਾਨੂੰ ਯਾਦ ਹੈ ਕਿ 2019 ਦੀ ਇਲੈਕਸ਼ਨ ਤੋਂ ਪਹਿਲਾਂ ਆਪਣੀ ਸਰਕਾਰ ਦੇ ਉੱਤੇ ਦੋਸ਼ ਲਾਇਆ ਸੀਗਾ ਕਿ ਇਹ ਜਿਹੜੇ ਖਾਲਿਸਤਾਨੀ ਵਿਊਜ਼ ਨੂੰ ਪੈਂਡਰ ਕਰ ਰਹੀ ਹੈ ਸਾਡੀ ਗਵਰਨਮੈਂਟ, ਕਿ ਉਹਨਾਂ ਨੂੰ ਥਾਪੜਾ ਦੇ ਰਹੀ ਹੈ। ਉਦੋਂ ਵੀ ਇਹਨਾਂ ਦੀ ਕਾਫੀ ਖਿਚਾਈ ਹੋਈ ਸੀ ਪਾਰਟੀ ਵੱਲੋਂ, ਪਰ ਉਦੋਂ ਇਹਨਾਂ ਨੂੰ ਰੱਖ ਲਿਆ ਗਿਆ ਸੀ ਪਾਰਟੀ। ਉਦੋਂ ਵੀ ਬਹੁਤ ਉਮੀਦ ਸੀਗੀ ਕਿ ਇਹਨਾਂ ਨੂੰ ਹੁਣ ਪਾਰਟੀ ਅਗਲੀ ਵਾਰ ਟਿਕਟ ਨਹੀਂ ਦੇਗੀ, ਪਰ ਉਦੋਂ ਜਿਹੜੇ ਮੇਰੇ ਇਨਸਾਈਡਰ ਸੋਰਸਸ ਨੇ ਉਹਨਾਂ ਤੋਂ ਮੈਨੂੰ ਕਾਫੀ ਕੁਝ ਪਤਾ ਲੱਗਿਆ ਕਿ ਸੰਘਾ ਸਾਹਿਬ ਨੇ ਜਿਹੜੀ ਆਪਣੇ ਪਬਲਿਕ ਸੇਫਟੀ ਰਿਪੋਰਟ ਆਈ ਸੀਗੀ, ਔਰ ਇਹਦੇ ਵਿੱਚ ਰਾਲਫ ਗਡੇਲ ਹੋਣਾ ਨੂੰ ਇਹ ਗੱਲ ਕਹੀ ਸੀਗੀ ਪਬਲਿਕ ਸੇਫਟੀ ਮਿਨਿਸਟਰ ਨੂੰ ਕਿ ਤੁਸੀਂ ਇਸ ਰਿਪੋਰਟ ਦੇ ਵਿੱਚੋਂ ਜਿਹੜਾ ਸਿੱਖ ਸ਼ਬਦ ਕੱਢ ਦਿਓ, ਪਰ ਖਾਲਿਸਤਾਨੀ ਤੁਹਾਨੂੰ ਕੱਢਣ ਦੀ ਜ਼ਰੂਰਤ ਨਹੀਂ ਹੈ। ਅੱਛਾ ਜੀ। ਤੋਂ ਇਹ ਤੋਂ ਬਾਅਦ ਜਿਹੜੇ ਸਾਡੇ ਦੂਸਰੇ ਮਿਨਿਸਟਰ ਤੇ ਮੈਂਬਰ ਪਾਰਲੀਮੈਂਟ ਸੀ, ਉਹ ਇਸ ਗੱਲ ਤੇ ਜ਼ੋਰ ਦੇ ਰਹੇ ਸੀਗੇ ਸਭ ਕੁਝ ਕੱਢ ਦਿਓ ਵਿੱਚੋਂ। ਸੋ ਤੱਕ ਮੇਰੇ ਸੋਰਸਸ ਦੱਸ ਰਹੇ ਨੇ ਕਿ ਜਿਹੜੀ ਕਥਿਤ ਚਰਚਾ ਆ ਉਹ ਇਹ ਦੱਸ ਰਹੇ ਨੇ ਕਿ ਰਾਲਫ ਗਡੇਲ ਵਾਸ ਹੈਪੀ ਵਿਦ ਸੰਘਾ's view ਕਿ ਵੀ ਹਾਂ ਇਹ ਸਿੱਖ ਕੱਢ ਦਈਏ ਤੇ ਖਾਲਿਸਤਾਨੀ ਨੂੰ ਰੱਖ ਲਈਏ ਐਜ਼ ਅ ਟੈਰਰਿਸਟ ਇਸ ਰਿਪੋਰਟ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਇਹਨਾਂ ਦੀ ਜੀ ਗਰੇਵਾਲ ਸਾਹਿਬ, ਜੇ ਹੁਣ ਆਪਾਂ ਰਮੇਸ਼ਵਰ ਸੰਘਾ ਉਹਨਾਂ ਦੀ ਗੱਲ ਕਰ ਰਹੇ ਹਾਂ, ਤੇ ਕਿਉਂਕਿ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਬਹੁਤ ਵੱਡਾ ਹੱਥ ਹੈ, ਸੋ ਸੋਸ਼ਲ ਮੀਡੀਆ 'ਤੇ ਵੀ ਇਹਨਾਂ 'ਤੇ ਕਾਫੀ ਕਿਰਕਰੀ ਹੋਈ ਹੈ ਇਹਨਾਂ ਦੇ ਇਸ ਬਿਆਨ ਤੋਂ ਬਾਅਦ, ਤੇ ਖਾਸ ਕਰਕੇ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਐਂਟੀ ਸਿੱਖ ਤੇ ਜਿਹੜੀਆਂ ਗੱਲਾਂ ਇਹ ਕਰਦੇ ਨੇ ਜ਼ਿਆਦਾ ਕਰਕੇ, ਤੇ ਪ੍ਰੋ ਇੰਡੀਅਨ ਇਹ ਜ਼ਿਆਦਾ ਨੇ। ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਰਮੇਸ਼ਵਰ ਸੰਘਾ ਹੋਣਾ ਨੇ ਆਪਣਾ ਪ੍ਰੋ ਇੰਡੀਅਨ ਹੋਣ ਦਾ ਬਹੁਤ ਵੱਡਾ ਪ੍ਰਭਾਵ ਆ ਜਿਹੜਾ ਉਹ ਛੱਡਿਆ ਆ। ਤੇ ਰਾਲਫ ਗਡੇਲ ਦੀ ਇਸ ਗੱਲ ਤੋਂ ਬਾਅਦ ਇਹਨਾਂ ਨੂੰ ਕਾਫੀ ਮਿਨਿਸਟਰਾਂ ਵੱਲੋਂ ਝਿੜਕਾਂ ਪਈਆਂ, ਜਿਹਦੇ 'ਚ ਬੈਂਸ ਹੋਣਾ ਦੇ ਆਫਿਸ ਦੀ ਗੱਲ ਕਰੀਏ, ਜਾਂ ਫਿਰ ਹਰਜੀਤ ਸੱਜਣ ਦੀ ਗੱਲ ਕਰੀਏ, ਜਾਂ ਫਿਰ ਪ੍ਰਤੀਸ਼ ਚੱਗੜ ਹੋਣਾ ਦੀ ਗੱਲਬਾਤ ਕਰੀਏ, ਤੇ ਹੋਰ ਗੱਲ ਕਰੀਏ। ਉਸ ਤੋਂ ਬਾਅਦ ਇਹਨਾਂ ਕੋਲੇ ਕੁਝ ਐਸਾ ਮਟੀਰੀਅਲ ਇਹਨਾਂ ਦੇ ਹੱਥ ਲੱਗਿਆ ਸੀਗਾ, ਜੇ ਉਹ ਮਟੀਰੀਅਲ ਨੂੰ ਉਦੋਂ ਉਹ ਐਕਸਪੋਜ਼ ਕਰ ਦਿੰਦੇ ਤਾਂ ਪਾਰਟੀ ਦਾ ਕੁਝ ਨੁਕਸਾਨ ਹੋਣਾ ਸੀਗਾ। 2019 ਦੇ ਵਿੱਚ ਤੁਹਾਨੂੰ ਪਤਾ ਕਿ ਯੂਡੀ ਰੇਲਾਸਨ ਦਾ ਉਹਦਾ ਜਿਹੜਾ ਕੇਸ ਆ ਕਾਫੀ ਚਰਚਿਤ ਸੀਗਾ। ਐਸਐਨਸੀ ਲਵਾਲਨ ਦਾ ਮਸਲਾ ਜਿਹੜਾ ਸਾਹਮਣੇ ਆਇਆ ਸੀਗਾ, ਔਰ ਲਿਬਰਲ ਦਾ ਗ੍ਰਾਫ ਕਾਫੀ ਡਾਊਨ ਸੀਗਾ। ਜੇਕਰ ਉਸ ਸਮੇਂ ਦੇ ਵਿੱਚ ਇਹ ਵੀ ਆਪਣੀ ਗੱਲ ਬਾਹਰ ਕੱਢ ਦਿੰਦੇ ਤਾਂ ਸਿੱਖਾਂ ਵੱਲੋਂ ਕੁਝ ਵਿਰੋਧ ਪਾਰਟੀ ਦਾ ਹੋਣਾ ਜ਼ਰੂਰੀ ਸੀਗਾ। ਉਹਦੇ ਕਰਕੇ ਪਾਰਟੀ ਨੇ ਸੋਚਿਆ ਕਿ ਇਹਨੂੰ ਰੱਖ ਲਈਏ, ਨੁਕਸਾਨ ਆਪਦਾ ਨਾ ਕਰਾਈਏ। ਤੇ ਹੁਣ ਹਰੇ ਇਲੈਕਸ਼ਨ ਦਾ ਪਤਾ ਨਹੀਂਗਾ ਕਦੋਂ ਹੋਣੀ ਹੈ। ਹੁਣ ਜਦੋਂ ਉਹਨਾਂ ਨੇ ਆ ਕੇ ਇਸ ਮੌਕੇ ਇੱਕ ਵਾਰ ਫਿਰ ਅਜਿਹਾ ਬਿਆਨ ਦਾਗ ਦਿੱਤਾ, ਅਜਿਹੀ ਸਟੇਟਮੈਂਟ ਦੇ ਦਿੱਤੀ ਆਪਣੇ ਟੌਪ ਰੈਂਕਡ ਲਿਬਰਲ ਦੀ, ਜਿਸ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿਫਤ ਕੀਤੀ ਗਈ, ਪਰਿਵਾਰ ਦੀ ਸਿਫਤ ਕੀਤੀ ਗਈ, ਬੱਚਿਆਂ ਦਾ ਨਾਂ ਲੈ ਕੇ ਸਿਫਤ ਕੀਤੀ ਗਈ, ਤੇ ਉਸ ਮਿਨਿਸਟਰ ਦੇ ਲਈ ਇਹਨਾਂ ਨੇ ਆਪਣੀ ਇਹ ਸ਼ਬਦਾਵਲੀ ਵਰਤੀ, ਜਿਹਦੇ ਕਰਕੇ ਦ ਮੋਮੈਂਟ ਆਈ ਲਿਸਨਡ ਹਿਮ, ਤੇ ਜਿਹੜੀ ਉਹਨਾਂ ਦੀ ਇੰਟਰਵਿਊ ਦੇਖੀ, ਰਾਈਟ ਵੇ ਮੈਂ ਕਹਿ ਦਿੱਤਾ ਸੀਗਾ ਕਿ ਇਹ ਜਿਹੜੀ ਇੰਟਰਵਿਊ ਹੈ ਸੰਘਾ ਸਾਹਿਬ ਦੀ, ਇਹ ਇਹਨਾਂ ਦੇ ਪੋਲੀਟੀਕਲ ਕੈਰੀਅਰ ਦੀ ਸੁਸਾਈਡ ਹੈ, ਔਰ ਸੁਸਾਈਡਲ ਜਿਹੜੀ ਆਪਣੀ ਇਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ। ਔਰ ਉਸ ਤੋਂ ਬਾਅਦ ਸੰਘਾ ਸਾਹਿਬ ਦਾ ਕੋਈ ਪੱਖ ਵੀ ਨਹੀਂ ਲਿਆ ਗਿਆ, ਔਰ ਰਾਈਟ ਵੇ ਪਾਰਟੀ ਨੇ ਉਹਨਾਂ ਨੇ ਆਪਣੇ ਕਾਕਸ ਤੋਂ ਬਾਹਰ ਕਰ ਦਿੱਤਾ। ਹੁਣ ਕੀ ਹੋਵੇਗਾ ਕਿ ਜਦ ਤੱਕ ਅਗਲੀ ਇਲੈਕਸ਼ਨ ਆਉਂਦੀ ਹੈ ਉਦੋਂ ਤੱਕ ਸੰਘਾ ਸਾਹਿਬ ਮੈਂਬਰ ਪਾਰਲੀਮੈਂਟ ਰਹਿਣਗੇ, ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਰਹਿਣਗੇ। ਅੱਜ ਵੀ ਜੇ ਅਸੀਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੀ ਸੂਚੀ ਚੈੱਕ ਕਰਦੇ ਹਾਂ, ਬਰੈਂਪਟਨ ਤੋਂ ਸਿਰਫ ਉਹ ਆਪਣੇ 4 ਮੈਂਬਰ ਪਾਰਲੀਮੈਂਟ ਦਰਸਾਉਂਦੇ ਨੇ, 5ਵਾਂ ਉਹਨਾਂ ਨੇ ਸੰਘਾ ਸਾਹਿਬ ਨੂੰ ਰਿਮੂਵ ਕਰ ਦਿੱਤਾ ਉਸ ਦੇ ਵਿੱਚੋਂ। ਤੇ ਹੁਣ ਜਿਹੜੀ ਅਗਲੀ ਇਲੈਕਸ਼ਨ ਹੋਵੇਗੀ ਉਦੋਂ ਤੱਕ ਇਹ ਮੈਂਬਰ ਪਾਰਲੀਮੈਂਟ ਰਹਿਣਗੇ। ਉਸ ਤੋਂ ਬਾਅਦ ਜੇ ਇਹਨਾਂ ਨੇ ਆਜ਼ਾਦ ਖੜਨਾ, ਆਜ਼ਾਦ ਖੜ ਕੇ ਦੇਖ ਲੈਣਗੇ, ਜਾਂ ਫਿਰ ਕਿਸੇ ਹੋਰ ਪਾਰਟੀ ਵੱਲ ਟਰਾਈ ਕਰਨਗੇ। ਪਰ ਮੈਨੂੰ ਇਹ ਉਮੀਦ ਨਹੀਂ ਕਿ ਕੋਈ ਹੋਰ ਪਾਰਟੀ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰੇਗੀ, ਜਿਸ ਤਰ੍ਹਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਰਹੀ ਹੈ। ਸੋ ਸਿਮਰਨ ਜੀ, ਇਟਸ ਨਾਟ ਓਨਲੀ ਸ਼ੇਮਫੁਲ
ਫॉर द ਬਿਲਕੁਲ। ਕਮਿਊਨਿਟੀ, ਬਟ ਆਲਸੋ ਜਿਹੜੇ ਸਾਡੇ 18 ਮੈਂਬਰ ਪਾਰਲੀਮੈਂਟ ਉੱਥੇ ਬੈਠੇ ਨੇ, ਉਹਨਾਂ ਚੋਂ ਸਾਡੀ ਗੱਲਬਾਤ ਹੋ ਰਹੀ ਸੀ ਕੱਲ। ਮੈਂ ਆਪਣੇ ਜਗਮੀਤ ਸਿੰਘ ਉਹਨਾਂ ਦੀ ਵੀ ਸਟੇਟਮੈਂਟ ਸੁਣੀ ਹੈ। ਉਹਨਾਂ ਨੇ ਵੀ ਇਸ ਤੋਂ ਕਿਹਾ ਕਿ ਉਹ ਪਾਰਟੀ ਨੇ ਕੀਤਾ ਸਹੀ ਕੀਤਾ। ਬਾਕੀ ਹੋਰ ਜਿਹੜੇ ਸਾਡੇ ਸਿੱਖ ਮੈਂਬਰ ਪਾਰਲੀਮੈਂਟ ਨੇ, ਕੈਨੇਡੀਅਨ ਸਿੱਖ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਵੀ ਕਿਹਾ ਕਿ ਸੰਘਾ ਸਾਹਿਬ ਨੇ ਜੋ ਕੀਤਾ ਸੀ ਇਹ ਗਲਤ ਕੀਤਾ ਆ। ਅੱਜ ਤੱਕ ਕੋਈ ਵੀ ਮੈਨੂੰ ਐਸਾ ਸ਼ਖਸ ਨਹੀਂ ਮਿਲਿਆ ਜਿਸ ਨੇ ਇਸ ਚੀਜ਼ ਦੇ ਉੱਤੇ ਗੱਲ ਕਹੀ ਹੋਵੇ ਕਿ ਸੰਘਾ ਸਾਹਿਬ ਨੇ ਕੀਤਾ ਜੋ ਸਹੀ ਕੀਤਾ। ਸੋ ਇਹ ਰਮੇਸ਼ਵਰ ਸੰਘਾ ਹੋਣਾ ਨੇ ਦੀ ਛੁੱਟੀ ਕਰ ਦਿੱਤੀ ਗਈ ਆ ਵਿਪ ਨੇ ਆਪਣਾ ਸਟੇਟਮੈਂਟ ਜਾਰੀ ਕਰਕੇ। ਇਸ ਦਾ ਸੰਘਾ ਸਾਹਿਬ ਦਾ ਕੋਈ ਵੀ ਪੱਖ ਲੈ ਵੀ ਨਹੀਂ। ਅੱਛਾ ਗਰੇਵਾਲ ਸਾਹਿਬ, ਸਾਰਿਆਂ ਨੂੰ ਵੱਡੀ ਗੱਲ ਇਹ ਹੁੰਦੀ ਹੈ ਜਦੋਂ ਕੋਈ ਨੁਮਾਇੰਦਾ ਚੁਣਿਆ ਕਿ ਜਾਂਦਾ ਹੈ, ਭਾਵੇਂ MPP ਹੋਵੇ ਜਾਂ ਮੈਂਬਰ ਪਾਰਲੀਮੈਂਟ ਹੋਵੇ, ਉਹ ਜਿੱਥੇ ਉਹਨੇ ਆਪਣੇ ਹਲਕੇ ਨੂੰ ਰਿਪਰੈਜ਼ੈਂਟ ਕਰਨਾ, ਉੱਥੇ ਨਾਲ ਦੀ ਨਾਲ ਜਿਸ ਭਾਈਚਾਰੇ ਦੇ ਨਾਲ ਉਹ ਸੰਬੰਧਿਤ ਹੁੰਦਾ ਉਸ ਨੂੰ ਵੱਡੇ ਪੱਧਰ 'ਤੇ ਉਹ ਰਿਪਰੈਜ਼ੈਂਟ ਕਰਦਾ ਹੈ। ਹੁਣ ਸੰਘਾ ਸਾਹਿਬ ਦੇ ਜੋ ਪਿਛਲੇ ਭਾਵੇਂ 2019 ਦੇ ਬਿਆਨ ਤੋਂ ਲੈ ਲਈਏ ਜਾਂ ਹੁਣ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਲਿਬਰਲ ਕਾਕਸ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਸਿੱਖ ਹਲਕਿਆਂ ਦੇ ਹਿਸਾਬ ਦੇ ਨਾਲ ਜੇ ਆਪਾਂ ਸਿੱਖ ਭਾਈਚਾਰੇ ਦੇ ਨਾਲ ਜੋੜ ਕੇ ਦੇਖੀਏ ਤਾਂ ਤੁਸੀਂ ਕੀ ਸੋਚਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕਿਸ ਤਰ੍ਹਾਂ ਦੇ ਪ੍ਰਭਾਵ ਪੈਣਗੇ? ਦੇਖੋ, ਨਾਟ ਓਨਲੀ ਦ ਸਿੱਖਸ, ਜੇ ਕਿ ਇਹ ਓਵਰਆਲ ਜੋ ਇਹ ਪ੍ਰਭਾਵ ਦਿੰਦੇ ਸੀ ਕਿ ਮੈਂ ਪ੍ਰੋ ਇੰਡੀਆ ਤੇ ਇੰਡੀਅਨ ਕਮਿਊਨਿਟੀ ਦਾ ਮੈਂ ਸੇਵਾਦਾਰ ਹਾਂ, ਤਾਂ ਓਵਰਆਲ ਉਹਨੇ ਕਿਸੇ ਵੀ ਕਮਿਊਨਿਟੀ ਨੂੰ ਪ੍ਰੋਪਰਲੀ ਸਰਵ ਨਹੀਂ ਕੀਤਾ। ਜਿਹੜੀ ਉਹਨਾਂ ਦੀ ਲੀਡਰਸ਼ਿਪ ਆ, ਜਾਂ ਜਿਹੜੀ ਇੱਕ ਚੰਗਾ ਵਕਤਾ ਹੁੰਦਾ, ਬੁਲਾਰਾ ਹੁੰਦਾ ਬੰਦਾ, ਆਪਣੇ ਵਿਚਾਰਾਂ ਦੇ ਵਿੱਚ ਸਪਸ਼ਟਤਾ ਰੱਖਣ ਵਾਲਾ ਹੁੰਦਾ ਹੈ, ਤੇ ਜੇ 2 ਜਾਂ 3 ਮਿੰਟ ਕਿਤੇ ਉਸ ਨੂੰ ਬੋਲਣ ਨੂੰ ਮਿਲਣ ਤਾਂ ਉਹ 2-3 ਮਿੰਟ ਦੇ ਵਿੱਚ ਆਪਣੀ ਗੱਲ ਸਮੇਟ ਦਿੰਦਾ ਹੈ। ਇਹ ਜਿਹੜੀ ਲਾਸਟ ਇੰਟਰਵਿਊ ਤੁਸੀਂ ਦੇਖੋ, ਜਿਹਦੇ 3 ਮਿੰਟ ਉਹ ਬੋਲੇ ਨੇ, ਔਰ 3 ਮਿੰਟ ਦੇ ਵਿੱਚ ਇੰਗਲਿਸ਼ ਤਾਂ ਛੱਡੋ, ਪੰਜਾਬੀ ਦਾ ਵੀ ਇੱਕ ਸੈਂਟੈਂਸ ਉਹ ਪੂਰਾ ਸਹੀ ਤਰ੍ਹਾਂ ਬੋਲ ਨਹੀਂ ਸਕੇ। ਔਰ ਜੇਕਰ ਇੰਡੀਅਨ ਕਮਿਊਨਿਟੀ ਦੇ ਵਿੱਚ ਕਿਤੇ ਹੋਰ ਜਾ ਕੇ ਹਿੰਦੀ ਬੋਲਦੇ ਹੋਣਗੇ ਤਾਂ ਉੱਥੇ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ। ਸੋ ਬਾਕੀ ਇਹਨਾਂ ਦੀ ਓਵਰਆਲ ਜੇ ਕੋਈ ਲੈਗੇਸੀ ਦੀ ਗੱਲ ਕਰੀਏ ਕਿ ਰਮੇਸ਼ਵਰ ਸੰਘਾ ਕੋਈ ਆਪਣੀ ਲੈਗੇਸੀ ਛੱਡ ਕੇ ਗਏ ਨੇ, ਕੋਈ ਇਹਨਾਂ ਦੀ ਲੈਗੇਸੀ ਨਹੀਂ ਰਹੇਗੀ। ਲੈਗੇਸੀ ਇਹਨਾਂ ਦੀ ਇਹੀ ਰਹੀ ਹੈ ਕਿ ਊਟ ਪਟਾਂਗ ਬਿਆਨ ਦੇਣ ਦੀ ਲੈਗੇਸੀ ਰਹੀ ਹੈ, ਊਟ ਪਟਾਂਗ ਗੱਲਾਂ ਕਰਨ ਦੀ ਇਹਨਾਂ ਦੀ ਲੈਗੇਸੀ ਰਹੀ ਹੈ। ਔਰ ਲੋਕਾਂ ਕੋਲੋਂ ਜੇ ਤੁਸੀਂ ਗੱਲਾਂ ਸੁਣਦੇ ਹੋ ਉਹ ਇਹਨਾਂ ਦੇ ਸ਼ਾਮ ਨੂੰ ਪਿਆਲੇ ਦੀ ਸਾਂਝ ਦੀਆਂ ਗੱਲਾਂ ਕਰਦੇ ਨੇ, ਔਰ ਮੋਟੇ ਪੈਗ ਲਾਉਣ ਦੀਆਂ ਗੱਲਾਂ ਕਰਦੇ ਨੇ। ਔਰ ਏਜ ਜ਼ਰੂਰ ਹੈਗੇ ਨੇ, ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਏਜ ਦੇ ਹਿਸਾਬ ਦੇ ਨਾਲ, ਪਰ ਉਹਨਾਂ ਦੀ ਓਵਰਆਲ ਕੋਈ ਵੀ ਇਸ ਸਮੇਂ ਲੈਗੇਸੀ ਕਮਿਊਨਿਟੀ ਨੂੰ ਯਾਦ ਨਹੀਂ ਰਹੇਗੀ। ਔਰ ਕਮਿਊਨਿਟੀ ਦੇ ਵਿੱਚ ਕਿਸੇ ਨੇ ਵੀ ਕੋਈ ਇਸ ਚੀਜ਼ ਦਾ ਬੁਰਾ ਨਹੀਂ ਮਨਾਇਆ ਕਿ ਸੰਘਾ ਸਾਹਿਬ ਨੂੰ ਹਟਾ ਦਿੱਤਾ ਗਿਆ ਹੈ। ਔਰ ਸਿਮਰਨ ਜੀ, ਤੁਹਾਨੂੰ ਵੀ ਪਤਾ, ਜਦੋਂ ਸੰਘਾ ਸਾਹਿਬ 2015 ਦੇ ਵਿੱਚ ਨੋਮੀਨੇਸ਼ਨ ਲੜੀ ਆ, ਬਹੁਤ ਘੱਟ ਉਦੋਂ ਇਹਨਾਂ ਨੇ ਵੋਟਾਂ ਬਣਾਈਆਂ ਸੀਗੀਆਂ, ਪੈਸਾ ਇਹਨਾਂ ਨੇ ਜ਼ਿਆਦਾ ਇਕੱਠਾ ਕੀਤਾ ਸੀਗਾ। ਬਰੈਂਪਟਨ ਸੈਂਟਰ ਤੋਂ ਉਸ ਸਮੇਂ ਜਿਹੜੇ ਮਿਨਿਸਟਰ ਸੀਗੇ ਬਲ ਕੌਂਸਲ ਜੀ ਸੀਗੇ, ਔਰ ਜਦੋਂ ਨੋਮੀਨੇਸ਼ਨ ਹੋਈ ਆ ਉਦੋਂ ਬਲ ਕੌਂਸਲ ਦਾ ਗ੍ਰਾਫ ਜਿਹੜਾ ਕਾਫੀ ਉੱਚਾ ਸੀ, ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਗ੍ਰਾਫ ਕਾਫੀ ਉੱਚਾ ਸੀਗਾ। ਔਰ ਉਸ ਨੂੰ ਮੱਦੇਨਜ਼ਰ ਰੱਖਦੇ ਆ ਇਸ ਹਲਕੇ ਤੋਂ ਕੋਈ ਵੀ ਸਟਰੋਂਗ ਲਿਬਰਲ ਕੈਂਡੀਡੇਟ ਅੱਗੇ ਆਉਣ ਨੂੰ ਨਹੀਂ ਚਾਹੁੰਦਾ ਸੀਗਾ, ਅਤੇ ਇਹਨਾਂ ਨੇ ਜਿਹੜਾ ਇੱਕ ਫੰਡ ਰੇਜ਼ ਕੀਤਾ, ਵੱਡਾ ਫੰਡ ਰੇਜ਼ ਕਰਕੇ ਲਿਬਰਲ ਪਾਰਟੀ ਦੇ ਝੋਲੀ ਪਾਇਆ। ਉਸ ਸਮੇਂ ਲਿਬਰਲ ਪਾਰਟੀ ਨੂੰ ਫੰਡ ਰੇਜ਼ ਦੀ ਬਹੁਤ ਜ਼ਰੂਰਤ ਸੀਗੀ। ਸੋ ਦੈਟਸ ਹਾਊ ਹੀ ਗॉट ਇਨਟੂ ਦ ਪੋਲਿਟਿਕਸ। ਪੈਸੇ ਦੇ ਜ਼ੋਰ ਦੇ ਉੱਤੇ, ਜੇ ਕਹੀਏ ਕਿ ਇਹ ਆਪਣੀ ਕਮਿਊਨਿਟੀ ਸੇਵਾ ਦੇ ਤੌਰ ਦੇ ਉੱਤੇ ਜਾਂ ਕਮਿਊਨਿਟੀ ਦੀ ਲੀਡਰਸ਼ਿਪ ਦੇ ਤੌਰ ਦੇ ਉੱਤੇ ਅੱਗੇ ਆਇਆ, ਇਹ ਮੈਂ ਇਸ ਨਾਲ ਸਹਿਮਤ ਨਹੀਂ। ਗਰੇਵਾਲ ਸਾਹਿਬ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਆਪਾਂ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਹੁਣ ਨਾਲ ਥੋੜ੍ਹੀ ਜਿਹੀ ਆਪਾਂ ਗੱਲ ਕਰਾਂਗੇ ਜੋ ਭਾਰਤ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ, ਉਸ ਤੋਂ ਬਾਅਦ ਉੱਥੇ ਜੋ ਘਟਨਾਕ੍ਰਮ ਹੋਇਆ ਉਸ ਦੇ ਬਾਰੇ ਥੋੜ੍ਹੀ ਜਿਹੀ ਆਪਾਂ ਚਰਚਾ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਸਟਾਰ ਟਾਕ ਦੇ ਵਿੱਚ। ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਮੈਂ ਸਿਮਰਤ ਗਰੇਵਾਲ, ਤੇ ਅੱਜ ਮੇਰੇ ਨਾਲ ਚਰਚਾ ਵਿੱਚ ਸ਼ਾਮਲ ਨੇ ਡੇਲੀ ਪੰਜਾਬੀ ਪੋਸਟ ਅਤੇ ਖਬਰਸਾਰ ਦੇ ਸੰਚਾਲਕ ਜਗਦੀਸ਼ ਗਰੇਵਾਲ। ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਹੁਣ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜੋ ਭਾਰਤ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ, ਉਸ ਤੋਂ ਬਾਅਦ ਜੋ ਰੈਲੀ ਦੇ ਵਿੱਚ ਹੋਇਆ ਘਟਨਾਕ੍ਰਮ, ਜੋ ਪੁਲਿਸ ਅਤੇ ਕਿਸਾਨਾਂ ਦੇ ਜਾਂ ਜਿਹੜੇ ਹੋਰ ਕੁਝ ਇਸ ਤਰ੍ਹਾਂ ਦੇ ਅਨਸਰ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀ, ਉਹਨਾਂ ਦੇ ਨਾਲ ਜੋ ਪੁਲਿਸ ਦੇ ਨਾਲ ਝੜਪਾਂ ਹੋਈਆਂ, ਲਾਲ ਕਿਲ੍ਹੇ 'ਤੇ ਜੋ ਹੋਇਆ, ਉਹ ਸਾਰੇ ਘਟਨਾਕ੍ਰਮ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ, ਇਹਦੇ ਬਾਰੇ ਵੀ ਆਪਾਂ ਜਗਦੀਸ਼ ਗਰੇਵਾਲ ਉਹਨਾਂ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਈਵਨ ਕਿ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਤਾਂ ਇਹ ਕਿਹਾ ਵੀ ਜੋ ਝੜਪਾਂ ਹੋਈਆਂ ਨੇ ਜਾਂ ਜੋ ਲਾਲ ਕਿਲ੍ਹੇ 'ਤੇ ਕੀਤਾ ਗਿਆ, ਉਸ ਘਟਨਾ ਦੇ ਨਾਲ ਜਿਹੜਾ ਕਿਸਾਨ ਅੰਦੋਲਨ ਦਾ ਕੋਈ ਸੰਬੰਧ ਨਹੀਂ ਗਾ। ਅਤੇ ਖਾਸ ਕਰਕੇ ਕਿਉਂਕਿ ਸਾਡਾ ਜਿਹੜਾ ਪੂਰਾ ਅੰਦੋਲਨ ਸ਼ਾਂਤਮਈ ਸੀ, ਸੋ ਅਸੀਂ ਉਸ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਗਾ। ਉਹ ਬਿਲਕੁਲ ਜੋ ਲੋਕਾਂ ਨੇ ਕੀਤਾ ਉਹਨਾਂ ਨੇ ਗਲਤ ਕੀਤਾ ਹੈ।
ਤੇ ਨਾਲ ਕਿਸਾਨਾਂ ਨੇ ਇਹ ਵੀ ਕਿਹਾ, ਕੁਝ ਕਿਸਾਨ ਆਗੂਆਂ ਨੇ, ਵੀ ਇਹਦੇ ਪਿੱਛੇ ਸਰਕਾਰ ਦੀ ਮਿਲੀ ਭੁਗਤ ਹੈ, ਤਾਂ ਹੀ ਇਹ ਸਾਰਾ ਕੁਝ ਹੋਇਆ। ਤੇ ਜੋਗਿੰਦਰ ਯਾਦਵ ਨੇ, ਉਹਨਾਂ ਨੇ ਈਵਨ ਦੀਪ ਸਿੱਧੂ ਉਹਨਾਂ ਦਾ ਵੀ ਨਾਂ ਇਹਦੇ ਵਿੱਚ ਲਿਆ, ਵੀ ਉਹਨਾਂ ਨੇ ਜਾਣਬੁੱਝ ਕੇ ਜੋ ਲਾਲ ਕਿਲ੍ਹੇ ਤੇ ਕੀਤਾ ਗਿਆ ਉਹ ਕੀਤਾ। ਸੋ ਇਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਆਪਾਂ ਜਗਦੀਸ਼ ਗਰੇਵਾਲ ਉਹਨਾਂ ਨਾਲ। ਗਰੇਵਾਲ ਸਾਹਿਬ, ਤੁਸੀਂ ਜਿਵੇਂ ਕਿ ਮੈਂ ਗੱਲ ਕੀਤੀ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਦਾ 72ਵਾਂ ਗਣਤੰਤਰਤਾ ਦਿਵਸ ਰਿਪਬਲਿਕ ਡੇ ਦੀ ਸਾਰੇ ਹੀ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹੈ ਕਿ ਇੱਕ ਗਣਰਾਜ, ਇੱਕ ਲੋਕਾਂ ਦਾ, ਇੱਕ ਲੋਕਤੰਤਰ ਦਾ ਇਹ ਰਾਜ ਆ। ਸੋ ਇੱਥੇ ਇਹ ਨਾ ਸਮਝ ਲਿਆ ਜਾਵੇ ਕਿ ਇਹ ਗਣਤੰਤਰ ਇਹ ਲੋਕਾਂ ਦਾ ਦਿਵਸ ਆ, ਇਹ ਕਿਸੇ ਸਿਆਸੀ ਪਾਰਟੀ ਦਾ ਨਹੀਂ ਗਾ ਔਰ ਕਿਸੇ ਇਹ ਹਕੂਮਤ ਦਾ ਨਹੀਂ ਗਾ, ਇਹ ਲੋਕਾਂ ਦਾ ਦਿਵਸ ਆ। ਸੋ ਇਸ ਦੇ ਲਈ ਅਸੀਂ 72ਵੇਂ ਗਣਤੰਤਰਤਾ ਦਿਵਸ ਦੇ ਉੱਤੇ ਸਮੂਹ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ। ਦੂਜੀ ਗੱਲ ਜਿਹੜੀ ਆ ਗਈ ਹੁਣ ਕਿ ਇੱਥੇ ਲੰਮੇ ਸਮੇਂ ਤੋਂ ਜੋ ਕਿਸਾਨ ਸੰਘਰਸ਼ ਚੱਲ ਰਿਹਾ, ਇਹਦੇ ਲਈ ਇੱਕ ਹੁਣ ਤੱਕ ਦੀ ਸਭ ਤੋਂ ਵੱਡੀ ਖੂਬੀ ਸੀਗੀ ਕਿ ਇਹ ਸੰਘਰਸ਼ ਸ਼ਾਂਤਮਈ ਚੱਲੇ ਔਰ ਸ਼ਾਂਤਮਈ ਚੱਲ ਰਿਹਾ ਵਾ। ਤੇ ਹੁਣ ਜਦੋਂ 26 ਤਰੀਕ ਦੀ ਟਰੈਕਟਰ ਪਰੇਡ ਦੀ ਗੱਲ ਆਈ ਤੇ ਸਭ ਤੋਂ ਪਹਿਲਾਂ ਸੁਬਾਹ ਰਾਜਪਥ ਦੇ ਉੱਤੇ ਪਰੇਡ, ਤੇ ਫਿਰ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਸਮਾਂ ਦਿੱਤਾ ਸੀ ਕਿ 11:30-12 ਵਜੇ ਦੇ ਕਰੀਬ ਆਪਾਂ ਇੱਥੋਂ ਚੱਲਾਂਗੇ। 100 ਕਿਲੋਮੀਟਰ ਦੇ ਜਿਹੜੇ ਵੀ 5 ਰੂਟ ਤੈਅ ਕੀਤੇ ਗਏ ਨੇ ਉਹਦੇ ਉੱਤੇ ਆਪਾਂ ਪੀਸਫੁਲ ਢੰਗ ਦੇ ਨਾਲ ਮਾਰਚ ਕਰਾਂਗੇ। ਸੋ ਇਸ ਦੇ ਉੱਤੇ ਉਹਨਾਂ ਨੇ ਪੁਲਿਸ ਦੇ ਨਾਲ ਗੱਲਬਾਤ ਕਰਕੇ ਦਿੱਲੀ ਦਾ ਜਿਹੜਾ ਬੈਰੀਕੇਡ ਆ ਖੁਦ ਪੁਲਿਸ ਨੇ ਹਟਾ ਦਿੱਤੇ ਔਰ ਕੁਝ ਪੁਲਿਸ ਨੇ ਆਪਣੀਆਂ ਸ਼ਰਤਾਂ ਰੱਖ ਦਿੱਤੀਆਂ। ਪੁਲਿਸ ਨੇ ਵੀ ਕੋਈ ਜਿੱਦ ਨਹੀਂ ਕੀਤੀ ਕਿ ਅਸੀਂ ਬੈਰੀਕੇਡ ਨਹੀਂ ਹਟਾਵਾਂਗੇ, ਪਰ ਕੁਝ ਸ਼ਰਤਾਂ ਦੇ ਤਹਿਤ ਪੁਲਿਸ ਨੇ ਆਪਣੇ ਬੈਰੀਕੇਡ ਆ ਜਿਹੜੇ ਉਹ ਹਟਾ ਦਿੱਤੇ ਸਨ। ਤੇ ਇਹ ਸਾਰੇ ਸ਼ਾਂਤਮਈ ਸੰਘਰਸ਼ ਦੇ ਲਈ ਜਦੋਂ ਕਾਲ ਕੀਤੀ ਗਈ ਹੈ ਵੱਖ-ਵੱਖ ਕਿਸਾਨ ਆਗੂ ਵੱਲੋਂ, ਤੇ ਫਿਰ ਰੂਟ ਨੂੰ ਲੈ ਕੇ ਜੋ ਆਗੂ ਆਪਣੇ ਪੈਂਤੜੇ ਬਦਲਦੇ ਰਹੇ ਨੇ ਔਰ ਨੰਬਰ ਆਫ ਟਰੈਕਟਰਸ ਨੂੰ ਲੈ ਕੇ ਆਪਣੇ ਪੈਂਤੜੇ ਬਦਲਦੇ ਰਹੇ ਨੇ, ਕਿੰਨੇ ਲੋਕ ਟਰੈਕਟਰ ਉੱਤੇ ਬੈਠਣੇ ਉਹ ਚਾਹੀਦੇ ਆ, ਉਹ ਗੱਲਾਂ ਕਰਨ ਲੱਗ ਪਏ ਔਰ ਕਿੰਨੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਹੈ, ਪਰਮਿਟ ਹੈ, ਉਹ ਚੈੱਕ ਕਰਨ ਦੀਆਂ ਗੱਲਾਂ ਹੋਈਆਂ ਕਿ 5000 ਟਰੈਕਟਰ ਜਾਣਗੇ। ਇਸ ਤੋਂ ਲੋਕ ਕੁਛ ਭਟਕੇ। ਕਿਸਾਨ ਯੂਨੀਅਨ ਦੀ ਆਪਣੀ ਜਿਹੜੀ ਹੈ ਮਜਬੂਰੀ ਸੀਗੀ ਕਿ ਪੁਲਿਸ ਦੇ ਨਾਲ ਜੇ ਨੈਗੋਸ਼ੀਏਟ ਕਰਨਾ, ਜੇ ਸਾਰਾ ਕੁਛ ਇਹ ਘਲਵਾਉਣੇ ਆ, ਬੈਰੀਕੇਡ ਘਲਵਾਉਣੇ, ਇੱਕ ਸ਼ਾਂਤਮਈ ਪ੍ਰੋਟੈਸਟ ਕਰਨਾ, ਤਾਂ ਫਿਰ ਇਸ ਤਰ੍ਹਾਂ ਹੀ ਹੋ ਸਕਦਾ। ਕੁਝ ਪੁਲਿਸ ਦੀਆਂ ਮੰਨੀਆਂ, ਕੁਝ ਉਹਨਾਂ ਨੇ ਆਪਣੀਆਂ ਬਣਾ ਕੇ ਜਿਸ ਤਰ੍ਹਾਂ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਪ੍ਰੋਗਰਾਮ ਲੋਕਾਂ ਨੂੰ ਦੇ ਦਿੱਤਾ, ਪਰ ਲੋਕਾਂ ਨੂੰ ਉਹ ਪ੍ਰੋਗਰਾਮ ਸਵੀਕਾਰ ਨਹੀਂ ਹੋਇਆ। ਇੱਕ ਪਾਸੇ ਤਾਂ ਸੱਦਾ ਦਿੱਤਾ ਗਿਆ ਕਿ ਆ ਜਾਓ, ਟਰੈਕਟਰ ਲੈ ਕੇ ਆਓ, ਟਰੈਕਟਰ ਲੈ ਕੇ ਆਓ। ਲੱਖਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਉੱਥੇ ਪਹੁੰਚ ਗਏ। ਤੇ ਫਿਰ ਜੇ ਕਹਿ ਦਿੱਤਾ ਜਾਵੇ ਕਿ ਸਿਰਫ 5000 ਟਰੈਕਟਰ ਹੀ ਅੱਗੇ ਜਾਣਾ ਜਾਂ ਇੱਕ ਟਰੈਕਟਰ ਦੇ ਉੱਤੇ 2 ਜਾਂ 5 ਬੰਦੇ ਹੀ ਬੈਠੇ ਹੋਣੇ ਚਾਹੀਦੇ ਆ, ਇਹ ਲੋਕਾਂ ਨੂੰ ਗੱਲ ਹਜ਼ਮ ਨਹੀਂ ਆਏਗੀ। ਸੋ ਇਹਦੇ ਤੇ ਕੁਝ ਲੋਕ ਅਸੰਤੁਸ਼ਟ ਨਜ਼ਰ ਜਿਹੜੇ ਆਏ। ਦੂਸਰੇ ਪਾਸੇ ਜਿੱਥੇ ਇਹ 32 ਕਿਸਾਨ ਯੂਨੀਅਨ ਦਾ ਇੱਕ ਪਾਸੇ ਪ੍ਰੋਗਰਾਮ ਸੀਗਾ, ਦੂਸਰਾ ਇੱਕ ਪ੍ਰੋਗਰਾਮ ਜੋ ਕਿਸਾਨ ਮਜ਼ਦੂਰ ਏਕਤਾ ਜਿਹੜੀ ਪਾਰਟੀ ਅਲੱਗ ਬੈਠੀ ਆ ਤੇ ਜਿਨ੍ਹਾਂ ਦੇ ਵਿੱਚ ਦੀਪ ਸਿੱਧੂ ਹੋਣੀ ਤੇ ਪੰਦੇਰ ਸਾਹਿਬ ਤੇ ਸੁਖਪ੍ਰੀਤ ਸਿੰਘ ਉਦੋਕੇ, ਇਹ ਸਾਰਾ ਗਰੁੱਪ ਸੀਗਾ। ਇਹਨਾਂ ਨੇ ਜਿਹੜਾ ਮੋਰਚੇ ਦਾ ਆਪਣੇ ਟਰੈਕਟਰ ਪਰੇਡ ਦਾ ਸਮਾਂ ਦਿੱਤਾ ਗਿਆ ਸੀ, ਉਸ ਤੋਂ ਪਹਿਲਾਂ ਹੀ ਬੈਰੀਕੇਡ ਤੋੜ ਕੇ ਦਿੱਲੀ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਅਤੇ ਲਾਲ ਕਿਲ੍ਹੇ ਦੇ ਉੱਤੇ ਪਹੁੰਚ ਕੇ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਝੰਡਾ ਤੇ ਨਾਲ ਦੀ ਨਾਲ ਕਿਸਾਨੀ ਝੰਡਾ ਆ ਜਿਹੜਾ ਉਹ ਲਹਿਰਾ ਦਿੱਤਾ। ਹੁਣ ਇੱਕ ਹੁਣ ਇਹਦੇ ਵਿੱਚ ਦੋਨੇ ਪਾਸੇ ਗੱਲਾਂ ਆਉਂਦੀਆਂ ਨੇ। ਜਿਹੜਾ ਤਾਂ ਜੇ ਹੁਣ ਸਟਿਲ ਡਿਵੈਲਪਿੰਗ ਸਟੋਰੀ, ਉੱਥੇ ਆਪਣਾ ਇੰਟਰਨੈਟ ਦਿੱਲੀ ਦੇ ਵਿੱਚ ਬੰਦ ਕਰ ਦਿੱਤਾ ਗਿਆ, ਜਿਹਦੇ ਕਰਕੇ ਸਾਡੇ ਕੋਲੇ ਹਜੇ ਪੂਰੀ ਰਿਪੋਰਟ ਆ ਜਿਹੜੀ ਉਹ ਪਹੁੰਚੀ ਨਹੀਂ ਗਈ। ਇੱਥੇ ਬਾਹਰ ਪ੍ਰਦੇਸ਼ਾਂ 'ਚ ਬੈਠੇ ਆ, ਹੁਣ ਪਹੁੰਚਣੀਆਂ ਕੁਝ ਸ਼ੁਰੂ ਹੋਈਆਂ ਨੇ, ਲੋਕਾਂ ਨੂੰ ਉੱਥੋਂ ਆ ਕੇ ਬਾਹਰੋਂ ਇਹ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ, ਖਬਰਾਂ ਭੇਜਣੀਆਂ ਸ਼ੁਰੂ ਕੀਤੀਆਂ ਨੇ। ਸੋ ਜਿਹੜੇ ਤਾਂ ਕਿਸਾਨਾਂ ਨੇ ਮਾਰਚ ਰੱਖਿਆ ਹੋਇਆ ਸੀਗਾ, ਉੱਥੇ ਤਾਂ ਕਈ ਥਾਵਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਕੁਝ ਝੜਪਾਂ ਹੋਈਆਂ ਨੇ, ਪਰ ਜਿਹੜਾ ਲਾਲ ਕਿਲ੍ਹਾ ਦੇ ਉੱਤੇ ਲੋਕ ਗਏ ਨੇ ਉਹ ਬੜੀ ਆਸਾਨੀ ਦੇ ਨਾਲ ਉੱਥੇ ਚਲੇ ਗਏ ਨੇ। ਉੱਥੇ ਦੇਖੋ 26 ਜਨਵਰੀ ਹੋਏ। ਗਰੇਵਾਲ ਸਾਹਿਬ, ਮੈਂ ਇਹੀ ਤੁਹਾਡੇ ਨਾਲ ਇੱਥੇ ਗੱਲ ਜਿਹੜੀ ਸਾਂਝੀ ਕਰਨਾ ਚਾਹੁੰਦਾ। ਜਿਹੜਾ ਲਾਲ ਕਿਲ੍ਹਾ ਉਹ ਦਿੱਲੀ ਦਾ ਇੱਕ ਬਹੁਤ ਵੱਡਾ ਆਈਕਨ ਹੈ ਤੇ ਉੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸੁਰੱਖਿਆ ਪ੍ਰਬੰਧ ਹੁੰਦੇ ਨੇ। ਸੋ ਬਾਵਜੂਦ ਉਸਦੇ ਜਿਹੜੇ ਇੰਨੇ ਲੋਕ ਕਿਹਾ ਜਾ ਰਿਹਾ ਵੀ 200-250 ਦੇ ਤਕਰੀਬਨ ਜਿਹੜੇ ਲੋਕ ਸੀ, ਉਹ ਜਿੱਥੋਂ ਝੰਡਾ ਲਹਿਰਾਇਆ ਜਾਂਦਾ ਹੈ ਆਪਣੇ ਇੰਡੀਪੈਂਡੈਂਸ ਡੇ ਵਾਲੇ ਦਿਨ, ਆਜ਼ਾਦੀ ਵਾਲੇ ਦਿਨ, ਉੱਥੇ ਤੱਕ ਲੋਕ ਪਹੁੰਚ ਗਏ। ਸੋ ਉਹ ਕਿਵੇਂ ਪਹੁੰਚ ਗਏ? ਇਹਦੇ ਪਿੱਛੇ ਕਾਫੀ ਜਿਹੜੇ ਸਵਾਲ ਉੱਠ ਰਹੇ ਨੇ। ਤੇ ਇਹ ਇੰਟੈਲੀਜੈਂਸੀ ਨੂੰ ਸਭ ਨੂੰ ਪਤਾ ਹੋਵੇਗਾ ਕਿ ਕਿਸਾਨਾਂ ਨੇ ਇੱਧਰ ਦੀ ਆਉਣਾ ਹੈ ਔਰ ਕਿਸਾਨ ਇਹ ਕੰਮ ਕਰਨ। ਹੁਣ ਅੱਜ ਜਿੱਥੋਂ ਤੱਕ ਸੁਬਾਹ ਦੀ ਜਿਹੜੀ ਲੇਟੈਸਟ ਡਿਵੈਲਪਿੰਗ ਸਟੋਰੀ ਇਹ ਸੀ ਕਿ ਅਮਿਤ ਸ਼ਾਹ ਹੁਣੀ ਤੇ ਐਮਰਜੈਂਸੀ ਮੀਟਿੰਗ ਕਰ ਰਹੇ ਨੇ, ਜਾਇਜ਼ਾ ਲੈ ਰਹੇ ਨੇ ਤੇ ਨਵੀਆਂ ਹੋਰ ਪੁਲਿਸ ਫੋਰਸਿਸ ਨੇ ਜਿਹੜੀਆਂ ਉਹਨਾਂ ਦੀਆਂ
ਯੂਨਿਟਸ ਤਾਇਨਾਤ ਕਰ ਰਹੇ ਨੇ, ਪਰ ਇਹ ਪਹਿਲਾਂ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ। ਬੀਤੇ ਦਿਨੀ USA ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਹੁੱਲੜਬਾਜ਼ਾਂ ਵੱਲੋਂ ਅਟੈਕ ਕੀਤਾ ਗਿਆ। ਜਿਹੜੇ ਪੁਲਿਸ ਫੋਰਸਿਸ ਸੀਗੀ ਉਹ ਥੋੜੀ ਸੀਗੀ, ਪ੍ਰੋਟੈਸਟਰਸ ਵਰ ਆਊਟਨੰਬਰਡ, ਪੁਲਿਸ ਵਾਸ ਆਊਟਨੰਬਰਡ ਬਾय ਦ ਪ੍ਰੋਟੈਸਟਰਸ, ਤੇ ਉਸ ਕਰਕੇ ਕੈਪੀਟਲ ਦੇ ਵਿੱਚ ਅੰਦਰ ਦਾਖਲ ਹੋ ਗਏ। ਤੇ ਉਸ ਤੋਂ ਬਾਅਦ ਰਾਈਟ ਵੇ ਜਿੰਨੇ ਪੁਲਿਸ ਦੇ ਚੀਫ ਸੀਗੇ ਉੱਥੇ, ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ, ਉਹਨਾਂ ਨੇ ਅਸਤੀਫਾ ਦਿੱਤਾ ਆਪਣਾ, ਕਿਉਂਕਿ ਉਹ ਫੇਲ ਹੋ ਗਏ ਪ੍ਰੋਟੈਕਟ ਕਰਨ ਨੂੰ ਕੈਪੀਟਲ। ਸੋ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਲੱਗਦਾ ਕਿ ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਪੁਲਿਸ ਫੋਰਸਿਸ ਹੈ, ਉਹ ਫੇਲ ਹੋ ਗਈਆਂ ਇਸ ਚੀਜ਼ ਨੂੰ ਪ੍ਰੋਟੈਕਟ ਕਰਨ ਦੇ ਲਈ, ਕਿ ਉੱਥੇ ਲੋਕਾਂ ਨੂੰ ਜਾਣ ਦੇਣ ਦੇ ਲਈ। ਸੋ ਜਿੱਥੇ ਕਿਸਾਨ ਸ਼ਾਂਤਮਈ ਕਰ ਰਹੇ ਨੇ ਪ੍ਰੋਟੈਸਟ, ਉੱਥੇ ਤਾਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਲਾਠੀ ਚਾਰਜ ਹੋ ਗਿਆ। ਔਰ ਜਿੱਥੇ ਲਾਲ ਕਿਲੇ ਦੇ ਉੱਤੇ, ਜਿੱਥੋਂ ਪ੍ਰੋਗਰਾਮ ਦੇ ਵਿੱਚ ਨਹੀਂ ਸੀ, ਉੱਥੇ ਜਾ ਕੇ ਲੋਕਾਂ ਨੇ ਝੰਡਾ ਲਹਿਰਾਇਆ, ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆਏਗੀ। ਉਹੀ ਮੈਂ ਤੁਹਾਨੂੰ ਗਰੇਵਾਲ ਸਾਹਿਬ ਪੁੱਛਣਾ ਚਾਹੁੰਦਾ ਸੀਗਾ ਵੀ ਤੁਹਾਨੂੰ ਨਹੀਂ ਲੱਗਦਾ ਵੀ ਕਿਸਾਨ ਜਿਹੜਾ ਮੋਰਚਾ, ਉਹਦੇ ਨਾਲ ਜਿਹੜੇ ਕੁਝ ਇਸ ਤਰ੍ਹਾਂ ਦੇ ਆਨਸਰ ਨੇ, ਉਹ ਆਪਣਾ ਸਾਈਮਲਟੇਨੀਅਸਲੀ ਕੁਝ ਏਜੰਡਾ ਨਾਲ ਦੀ ਨਾਲ ਚਲਾ ਰਹੇ ਨੇ, ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਉਹਨਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਵੀ ਇਹ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਬਦਨਾਮ ਕੀਤਾ ਜਾਵੇ ਕਿਸੇ ਤਰ੍ਹਾਂ? ਦੇਖੋ, ਇਹ ਸੰਘਰਸ਼ ਨੂੰ ਸਰਕਾਰ ਵੱਲੋਂ ਇੰਨਾ ਲੰਬਾ ਖਿੱਚਣ ਦਾ ਕਾਰਨ ਹੀ ਇਹ ਹੈ ਕਿ ਕਿਤੇ ਨਾ ਕਿਤੇ ਇਦਾਂ ਦੀ ਗੱਲ ਵਾਪਰ ਜੇ, ਇਦਾਂ ਦੀ ਘਟਨਾ ਵਾਪਰ ਜੇ। ਹੁਣ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣਾ ਹੈ, ਉਸ ਦੇ ਵਿੱਚ ਬਜਟ ਪੇਸ਼ ਹੋ ਜਾਣਾ, ਆਪੋਜੀਸ਼ਨ ਨੇ ਸਵਾਲ ਕਰਨੇ ਨੇ, ਉਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਹੁਣ ਇਹਨਾਂ ਦੇ ਪਾਸ ਇਹ ਗੱਲਾਂ ਆ ਗਈਆਂ ਨੇ ਕਿ ਦੇਖੋ, ਉਹ ਕਿਸਾਨ ਨਹੀਂ ਹੈ, ਉਹ ਹੁੱਲੜਬਾਜ਼ ਨੇ, ਉਹ ਵੱਖਵਾਦੀ ਨੇ, ਜਾਂ ਫਿਰ ਉਹ ਸ਼ਾਂਤਮਈ ਅੰਦੋਲਨ ਹੈ, ਇੱਕ ਵਾਇਲੈਂਟ ਅੰਦੋਲਨ ਹੈ, ਔਰ ਇਹ ਗੱਲ ਸਰਕਾਰ ਦੇ ਕੋਲੇ ਆ ਗਈ ਹੈ। ਸੋ ਇੰਝ ਲੱਗਦਾ ਕਿਤੇ ਨਾ ਕਿਤੇ ਕਿ ਇਹ ਸਾਰਾ ਕੁਝ ਕੋਈ ਮਿਲੀ ਭੁਗਤ ਹੀ ਨਜ਼ਰ ਆ ਰਹੀ ਹੈ ਇਸ ਸਮੇਂ। ਬਾਕੀ ਹੁਣ ਅੰਦਰਲੀਆਂ ਗੱਲਾਂ ਨਿਕਲਣਗੀਆਂ। ਦੀਪ ਸਿੱਧੂ ਹੋਣਾ ਦਾ ਜੋ ਰੋਲ ਰਿਹਾ ਇਸ ਦੇ ਵਿੱਚ, ਔਰ ਉਹ ਵੀ ਸਾਹਮਣੇ ਹੈ। ਕੁਝ ਹੋਰ ਜਿਹੜੇ ਲੀਡਰਸ ਨੇ, ਉਹਨਾਂ ਦੇ ਰੋਲ ਵੀ ਜਿਹੜੇ ਉਹ ਬਿਲਕੁਲ ਸਾਹਮਣੇ ਹੈ ਕਿ ਉਹਨਾਂ ਵੱਲੋਂ ਜਿਹੜੇ ਰੋਲ ਆਪਣੇ ਨਿਭਾਏ ਗਏ। ਹਾਂਜੀ, ਅੱਛਾ, ਇੱਥੇ ਮੈਂ ਆਪਣੇ ਗਰੇਵਾਲ ਸਾਹਿਬ ਇੱਕ ਤੁਹਾਡੇ ਨਾਲ ਜ਼ਰੂਰ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਵੀ ਇਸ ਚੀਜ਼ ਬਾਰੇ। ਜਦੋਂ ਤਾਂ ਇਹ ਅੰਦੋਲਨ ਸ਼ੁਰੂ ਹੋਇਆ, ਉਸ ਤੋਂ ਲਗਾਤਾਰ ਉਸ ਦੇ ਨਾਲ ਜਿਹੜੀ ਇੱਥੇ ਸਿੱਖਸ ਫਾਰ ਜਸਟਿਸ ਹੈ, ਉਹਦੇ ਜੋ ਆਪਣੇ ਆਪ ਨੂੰ ਕਰਤਾ ਕਹਿੰਦੇ ਨੇ ਗੁਰਪ੍ਰਤਵੰਤ ਸਿੰਘ ਪੰਨੂ, ਉਹਨਾਂ ਵੱਲੋਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਰਹੇ ਨੇ। ਕਿਤੇ ਉਹ ਕਹਿ ਰਹੇ ਸੀਗੇ ਵੀ ਜੇ ਤੁਸੀਂ ਉੱਥੇ ਜਿਹੜੇ ਝੰਡਾ ਲਹਿਰਾਉਣਗੇ ਤਾਂ ਉਹਨਾਂ ਨੂੰ ਇੰਨੇ ਕਰੋੜ ਰੁਪਈਆ ਦੇਵਾਂਗੇ। ਹੁਣ ਵੀ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਗਈ ਸੀ ਵੀ ਇੰਨੇ ਕਰੋੜ ਰੁਪਈਆ ਦੇਵਾਂਗੇ। ਉਹ ਰੁਪਈਏ ਤਾਂ ਭਾਵੇਂ ਨਹੀਂ ਪਹੁੰਚਦੇ, ਪਰ ਇਸ ਕਿਸਾਨ ਅੰਦੋਲਨ ਨੂੰ ਮਾੜੀ ਦਿੱਖ ਦੇਣ ਲਈ ਤੁਸੀਂ ਕਿੰਨਾ ਕੁ ਸਮਝਦੇ ਹੋ ਵੀ ਜਿਹੜਾ ਗੁਰਪ੍ਰਤਵੰਤ ਗਰੁੱਪ ਹੈ, ਉਹਦਾ ਕਿੰਨਾ ਕੁ ਹੱਥ ਇਹਦੇ ਵਿੱਚ? ਦੇਖੋ, ਉਹਨਾਂ ਨੇ ਕਾਫੀ ਲੋਕਾਂ ਨੂੰ ਐਕਸਾਈਟ ਕੀਤਾ, ਦੇयर इज नो ਡਾਊਟ। ਪਰ ਪੈਸੇ ਭੇਜੇ ਜਾਂ ਨਾ ਭੇਜੇ ਆਪਾਂ ਨੂੰ ਨਹੀਂ ਪਤਾਗਾ, ਪਰ ਹੋ ਸਕਦਾ ਏਜੰਸੀਆਂ ਕੋਲੇ ਇਸ ਦੀ ਰਿਪੋਰਟ ਹੋਵੇ ਕਿ ਪੈਸੇ ਭੇਜਦੇ ਆ ਜਾਂ ਨਹੀਂ ਭੇਜਦੇ। ਪਰ ਜੇ ਮੈਂ ਓਵਰਆਲ ਦੇਖਦਾ ਆ ਦੇਸ਼ ਵਿਦੇਸ਼ ਦੇ ਵਿੱਚ, ਜੇ ਮੈਂ ਪੰਜਾਬ 'ਚ ਦੇਖਦਾ ਜਾਂ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਦੇ ਵਿੱਚ ਦੇਖਦਾ, ਇਸ ਸਮੇਂ ਲੋਕਾਂ ਦੀਆਂ ਭਾਵਨਾਵਾਂ ਕਿਸਾਨੀ ਸੰਘਰਸ਼ ਨਾਲ, ਕਿਸਾਨੀ ਹੱਕਾਂ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ। ਉਹਨਾਂ ਦੇ ਮਨਾਂ ਵਿੱਚ ਖਾਲਿਸਤਾਨ ਪ੍ਰਤੀ ਜਾਂ ਇੱਕ ਸੈਪਰੇਟ ਸਟੇਟ ਲੈਣ ਦੀ ਕੋਈ ਉਹਨਾਂ ਦੇ ਮਨ 'ਚ ਇੱਛਾ ਨਹੀਂ ਸੀਗੀ। ਅੱਜ ਜੇ ਮੈਂ ਦੇਖਾਂ, ਯੈਸ, ਗੁਰਪ੍ਰਤਵੰਤ ਸਿੰਘ ਪੰਨੂ ਹੋਣੀ ਤੇ ਸਿੱਖਸ ਫਾਰ ਜਸਟਿਸ ਤੇ ਹੋਰ ਖਬਰਾਂ ਦੇ ਵਿੱਚ ਜ਼ਰੂਰ ਨੇ, ਔਰ ਉਹਨਾਂ ਦੀ ਚਰਚਾ ਜ਼ਰੂਰ ਹੋ ਰਹੀ ਹੈ ਬਰਾਬਰ ਦੀ। ਪਰ ਓਵਰਆਲ ਪੰਜਾਬ ਦੇ ਲੋਕਾਂ ਤੋਂ, ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ, ਜਿਹਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ, ਜਾਂ ਇੱਥੇ ਵੀ ਜਿਹੜੇ ਮਾੜੇ ਮੋਟੇ ਸੁਹਿਰਦ ਲੋਕ ਨੇ, ਜਿਹੜੇ ਗਾਹੇ ਬਗਾਹੇ ਇਹਨਾਂ ਦੀ ਮਦਦ ਕਰਦੇ ਰਹੇ ਨੇ, ਉਹ ਇਹ ਗੱਲ ਕਰਦੇ ਨੇ ਕਿ ਇਹਨਾਂ ਤੋਂ ਹੁਣ ਉਹਨਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ। ਕਿਤੇ ਨਾ ਕਿਤੇ ਇਹਨਾਂ ਦੇ ਉੱਤੇ ਵੀ ਇਹ ਸਿੱਧੇ ਰੂਪ ਦੇ ਵਿੱਚ ਉਂਗਲ ਉਠਾਉਣੀ ਲੋਕਾਂ ਨੇ ਸ਼ੁਰੂ ਕਰ ਦਿੱਤੀ ਹੈ ਕਿ ਇਹ ਵੀ ਸਰਕਾਰ ਦੇ ਜਾਂ ਏਜੰਸੀਆਂ ਦੇ ਹੀ ਬੰਦੇ। ਅੱਜ ਆਪਾਂ ਇਹ ਕਹੀਏ ਵੀ ਭਾਈਚਾਰੇ ਦਾ ਚੰਗਾ ਹੋਣ ਦੀ ਬਜਾਏ ਇਸ ਦੇ ਨਾਲ ਮਾੜਾ ਅਸਰ ਪੈ ਰਿਹਾ, ਇਹਦੇ ਵਿੱਚ ਕੋਈ ਅਥਕਥਨੀ ਨਹੀਂ ਹੋਵੇਗੀ ਮੇਰਾ ਖਿਆਲ? ਜੀ ਬਿਲਕੁਲ, ਜਿਸ ਤਰ੍ਹਾਂ ਮੈਂ ਦੱਸਿਆ ਕਿ ਭਾਈਚਾਰੇ ਦੀ ਜਿਹੜੀ ਇਸ ਸਮੇਂ ਓਵਰਆਲ ਰਾਏ ਬਣ ਰਹੀ ਹੈ, ਉਹ ਇਹ ਬਣ ਰਹੀ ਹੈ ਕਿ ਇਸ ਸੰਘਰਸ਼ ਦੇ ਵਿੱਚ ਇਸ ਐਲੀਮੈਂਟ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਜੋ ਸੰਘਰਸ਼ ਕਰਦੇ ਨੇ, ਉਹਨਾਂ ਦਾ ਹੱਕ ਆ, ਉਹਨਾਂ ਨੂੰ ਉਹ ਕਰਨਾ ਚਾਹੀਦਾ ਸੀ। ਪਰ ਇਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਦੇਖੋ, ਜਿਹੜਾ ਸੰਘਰਸ਼ ਹੈ, ਸੰਘਰਸ਼ ਦੇ ਵਿੱਚ ਸਿੱਖੀਜ਼ਮ ਦਾ ਬਹੁਤ ਵੱਡਾ ਰੋਲ ਰਿਹਾ ਵਾ। ਸੰਘਰਸ਼ ਦੇ ਵਿੱਚ ਜੋ ਗੁਰੂ ਸਾਹਿਬਾਨਾਂ ਵੱਲੋਂ ਦੱਸੇ ਗਏ
ਮਾਰਗ ਨੇ, ਉਹਨਾਂ ਤੇ ਚੱਲਦੇ ਆ। ਜੋ ਸੇਵਾ ਭਾਵਨਾ, ਜੋ ਸਿੱਖੀ ਦੀ ਸਪਿਰਿਟ ਹੈ, ਉਹ ਸੰਘਰਸ਼ ਦੇ ਵਿੱਚ ਬਹੁਤ ਭਰ ਰਹੀ ਹੈ। ਪੰਜਾਬ ਜੀਂਦਾ ਗੁਰਾਂ ਦੇ ਨਾਂ ਦੇ ਉੱਤੇ ਉਸ ਸਪਿਰਿਟ ਨੂੰ ਲੈ ਕੇ ਇਹ ਸੰਘਰਸ਼ ਦੇ ਵਿੱਚ ਲੋਕਾਂ ਨੇ ਕੰਮ ਕੀਤਾ। ਉਹਨੂੰ ਇਹ ਨਾ ਸਮਝ ਲਿਆ ਜਾਵੇ, ਜੇ ਸਿੱਖੀ ਦੀ ਸਪਿਰਿਟ ਰਹੀ ਹੈ ਤਾਂ ਉਹ ਇੱਕ ਖਾਲਿਸਤਾਨ ਦੀ ਸਪਿਰਿਟ ਉੱਥੇ ਲੋਕਾਂ ਦੇ ਵਿੱਚ ਰਹੀ ਹੈ, ਜਿਸ ਨੂੰ ਜਿਹੜਾ ਗੋਦੀ ਮੀਡੀਆ ਉਹ ਬਹੁਤ ਭਾਰ ਚੜਾ ਕੇ ਦੱਸਦਾ ਹੈ। ਇਹਦੇ ਵਿੱਚ ਇੱਕ ਵਾਰੀ ਫਿਰ ਮੈਂ ਕਹਾਂਗਾ ਕਿ ਇਸ ਐਲੀਮੈਂਟ ਨੇ ਜੋ ਆਪਣੀਆਂ ਹਰਕਤਾਂ ਕੀਤੀਆਂ ਨੇ, ਉਹਦੇ ਨਾਲ ਸੰਘਰਸ਼ ਨੂੰ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਹੋਇਆ, ਔਰ ਪੰਜਾਬ ਦੇ ਲੋਕ ਅਤੇ ਸੁਹਿਰਦ ਲੋਕ ਨੇ ਜਿਹੜੇ, ਉਹ ਜ਼ਰੂਰ ਇਸ ਚੀਜ਼ ਤੋਂ ਖਫਾ ਨੇ ਕਿ ਇਹਨਾਂ ਨੂੰ ਇੱਥੇ ਆਪਣੀਆਂ ਇਹ ਐਕਟੀਵਿਟੀ ਜਾਂ ਫਿਰ ਇੱਦਾਂ ਦੀਆਂ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਸੀ। ਗਰੇਵਾਲ ਸਾਹਿਬ, ਤੁਹਾਡਾ ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਤੇ ਆਪਣੇ ਵਡਮੁੱਲੇ ਵਿਚਾਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਧੰਨਵਾਦ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅੱਜ ਦਾ ਜਿਹੜਾ ਸਟਾਰ ਟਾਕ ਹੈ, ਅੱਜ ਦੇ ਸਟਾਰ ਟਾਕ ਵਿੱਚ ਜਿਸ ਘਟਨਾ ਬਾਰੇ ਗੱਲਬਾਤ ਕੀਤੀ ਗਈ ਹੈ, ਉਹਦੇ ਸੰਬੰਧੀ ਤੁਸੀਂ ਆਪਣੇ ਵਿਚਾਰ ਸਾਡੇ ਤੱਕ ਜ਼ਰੂਰ ਪਹੁੰਚਾਉਣੇ। ਸਾਡੇ ਫ਼ੋਨ ਨੰਬਰ 'ਤੇ ਤੇ ਸਾਡੀ ਈਮੇਲ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਇੱਕ ਨਵਾਂ ਸਟਾਰ ਟਾਕ, ਨਵਾਂ ਵਿਸ਼ੇ ਦੇ ਨਾਲ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।